ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। दया करो किछ मेहर उपाव, डुबदे पत्थर तारे। जियड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराहि तेहा हाँ करी बख्यान। दासन दास कहे जन नानक, जेहा तू कराहे तेहा हाँ करी बख्यान। सतनाम। श्री वाहिगुरु साहिब जीओ। श्री राग महला तीजा। घर पहला अष्टपदियां एक ओंकार। सतगुर प्रसाद, गुरमुख कृपा करी भगत कीजै। बिन गुर भगत ना होए, आपै आप मिलाए बूझै। ता निर्मल होवे कोय, गुरमुख कृपा करी भगत कीजै। बिन गुर भगत ना होए, आपे आप मिलाए बूझै। ता निर्मल होवे कोय। वाहिगुरु जी का खालसा, वाहिगुरु जी की फतेह। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਕੱਲ ਦੀ ਕਥਾ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਸ੍ਰੀ ਰਾਗ ਵਿੱਚ ਅਸ਼ਟਪਦੀਆਂ, ਜਿਨ੍ਹਾਂ ਦੀ ਕਥਾ ਸਮਾਪਤ ਹੋਈ ਹੈ। ਸੋ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀਆਂ ਅਸ਼ਟਪਦੀਆਂ, ਜਿਨ੍ਹਾਂ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ। ਤੋ ਵਿਚਾਰ ਰਹਾਉ ਦੇ ਬੰਦ ਤੋਂ ਆਰੰਭ ਹੋਣੀ ਹੈ। ਆਓ ਪਿਆਰ ਨਾਲ ਸਰਵਣ ਕਰੋ ਜੀ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ। ਹੇ ਭਾਈ, ਜੇ ਤੂੰ ਭਗਤੀ ਤੋਂ ਹੀਣਾ ਹੈ, ਫਿਰ ਤੂੰ ਸੰਸਾਰ ਵਿੱਚ ਕਿਉਂ ਆਇਆ ਹੈ? ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਤੂੰ ਪੂਰੇ ਗੁਰੂ ਦੀ ਸੇਵਾ ਵੀ ਨਹੀਂ ਕੀਤੀ, ਭਾਵ ਪੂਰੇ ਗੁਰੂ ਵਾਲਾ ਵੀ ਨਹੀਂ ਬਣਿਆ। ਤੂੰ ਆਪਣਾ ਜੀਵਨ ਵਿਅਰਥ ਹੀ ਗਵਾ ਲਿਆ ਹੈ, ਨਿਫਲ ਹੀ ਗਵਾ ਲਿਆ ਹੈ। ਸਤਿਗੁਰੂ ਜੀ ਰਹਾਉ ਦੇ ਬੰਦ ਵਿੱਚ ਸਮਝਾਉਂਦੇ ਨੇ ਕਿ ਜੇ ਮਨੁੱਖ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਿਆ ਕਿ ਮੈਨੂੰ ਜੀਵਨ ਕਿਉਂ ਮਿਲਿਆ ਹੈ, ਮੇਰਾ ਜੀਵਨ ਬਾਕੀ ਜੂਨ ਤੋਂ ਕਿਉਂ ਵਿਸ਼ੇਸ਼ ਹੈ, ਤਾਂ ਸਭ ਕਹਿਣ ਲੱਗੇ ਉਹਦਾ ਜੀਵਨ ਵਿਅਰਥ ਹੈ। ਸਤਿਗੁਰੂ ਨੇ ਬਾਣੀ ਵਿੱਚ ਇਸ ਭਾਵ ਨੂੰ ਬਿਲਕੁਲ ਸਪਸ਼ਟ ਕੀਤਾ। ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ ਢੋਰ। ਸੰਸਾਰ ਵਿੱਚ ਆਇਆ ਹੈ, ਪਰ ਜੇ ਆਪਣੇ ਜੀਵਨ ਦੇ ਲਕਸ਼ ਨੂੰ ਨਹੀਂ ਸਮਝਿਆ,
ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਹੈ। ਸਰੀਰ ਵਿੱਚ ਤੇ ਫਰਕ ਹੋ ਸਕਦਾ ਹੈ ਤੇ ਇਸ ਦਾ ਮਨੁੱਖ ਦਾ ਸਰੀਰ ਹੈ ਤੇ ਉਸ ਦਾ ਪਸ਼ੂ ਦਾ ਹੈ। ਪਰ ਗੁਰੂ ਕਹਿਣ ਲੱਗੇ ਜਦ ਤੂੰ ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਿਆ ਤਾਂ ਤੇਰੇ ਵਿੱਚ ਪਸ਼ੂ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰੂ ਜੀ ਆਖਣ ਲੱਗੇ ਜਿਨ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਕੋਈ ਨਹੀਂ, ਗੁਰੂ ਸ਼ਬਦ ਦੀ ਵਿਚਾਰ ਕੋਈ ਨਹੀਂ ਕੀਤੀ, ਉਹਨਾਂ ਨੂੰ ਮਾਨਸ ਜੂਨੀ ਆਖਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਮਨੁੱਖ ਜਾਤੀ ਕਹਿਣ ਦੀ ਲੋੜ ਨਹੀਂ। ਉਹ ਤੇ ਪਸ਼ੂ ਨੇ, ਮਨੁੱਖ ਹੁੰਦੇ ਹੋਏ ਵੀ ਪਸ਼ੂ ਨੇ। ਕਿਉਂ? ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੋ ਪ੍ਰੀਤ ਨਾ ਪਿਆਰ। ਨਾ ਤੇ ਉਹਨਾਂ ਨੂੰ ਕੋਈ ਰੱਬ ਦਾ ਹੀ ਗਿਆਨ ਹੈ, ਉਹਦੀ ਸੋਝੀ ਹੈ, ਨਾ ਉਹ ਰੱਬ ਦੇ ਨਾਲ ਸੁਰਤੀ ਜੋੜਨੀ ਜਾਣਦੇ ਨੇ, ਨਾ ਹੀ ਉਹਨਾਂ ਦੇ ਅੰਦਰ ਕੋਈ ਹਰੀ ਦਾ ਪਿਆਰ ਹੈ। ਗੁਰੂ ਕਹਿਣ ਲੱਗੇ ਫਿਰ ਐਸੇ ਮਨੁੱਖ ਨੂੰ ਮਨੁੱਖ ਕਹਿਣ ਦੀ ਲੋੜ ਹੀ ਕੀ ਹੈ? ਮਨੁੱਖ ਹੈ ਨਹੀਂ। ਸਰੀਰ ਜ਼ਰੂਰ ਮਨੁੱਖ ਦਾ ਹੈ, ਅਸਲ ਵਿੱਚ ਉਹ ਮਨੁੱਖ ਹੈ ਨਹੀਂ, ਕਿਉਂਕਿ ਜੀਵਨ ਦੇ ਲਕਸ਼ ਨੂੰ ਤੇ ਸਮਝਿਆ ਕੋਈ ਨਹੀਂ। ਮੈਂ ਜੀਵਨ ਵਿੱਚ ਕਿਉਂ ਆਇਆ ਹਾਂ, ਇਸ ਧਰਤੀ ਤੇ ਕਿਉਂ ਆਇਆ ਹਾਂ, ਮੈਂ ਸੰਸਾਰ ਤੇ ਕਿਉਂ ਆਇਆ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੜੇ ਸੁੰਦਰ ਪ੍ਰਮਾਣ ਦੇ ਕੇ ਸਮਝਾਉਂਦੇ ਨੇ। ਮਨੁੱਖ ਬਿਨ ਬੁੱਝੇ ਬਿਰਥਾ ਆਇਆ। ਜੀਵਨ ਦੇ ਲਕਸ਼ ਨੂੰ ਬੁੱਝੇ ਬਿਨਾ ਸਮਝੇ ਬਿਨਾ ਸੰਸਾਰ ਤੇ ਵਿਅਰਥ ਹੈ। ਮਨੁੱਖ ਬਿਨ ਬੁੱਝੇ ਬਿਰਥਾ ਆਇਆ, ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜੋ ਮਿਰਤਕ ਉਡਾਇਆ। ਆਪਣੇ ਸਰੀਰ ਨੂੰ ਸ਼ਿੰਗਾਰਦਾ ਰਹਿੰਦਾ ਹੈ, ਸੋਹਣਾ ਬਣ ਬਣ ਕੇ ਦਿਖਾਉਂਦਾ ਹੈ। ਗੁਰੂ ਕਹਿਣ ਲੱਗੇ ਤੇਰਾ ਸਰੀਰ ਨੂੰ ਸ਼ਿੰਗਾਰਨਾ ਏਦਾਂ ਹੈ ਜਿਵੇਂ ਕੋਈ ਮਿਰਤਕ ਨੂੰ ਸ਼ਿੰਗਾਰ ਰਿਹਾ ਹੋਵੇ, ਮੁਰਦੇ ਨੂੰ ਸ਼ਿੰਗਾਰ ਰਿਹਾ ਹੋਵੇ। ਕਿਉਂਕਿ ਗੁਰੂ ਕਿਸ ਨੂੰ ਜਿਉਂਦਾ ਮੰਨਦੇ ਨੇ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਉਂਦਾ ਤੇ ਉਹ ਹੈ ਜਿਸ ਦੇ ਅੰਦਰ ਪ੍ਰਭੂ ਦਾ ਪਿਆਰ ਹੈ। ਜਿਸ ਦੇ ਅੰਦਰ ਪ੍ਰਭੂ ਦਾ ਪਿਆਰ ਕੋਈ ਨਹੀਂ, ਉਹ ਤੇ ਮੁਰਦਾ ਹੈ। ਤੇ ਤੇਰਾ ਸਰੀਰ ਨੂੰ ਸ਼ਿੰਗਾਰਨਾ ਤੇ ਮਨ ਨੂੰ ਮੁਰਦੇ ਨੂੰ ਸ਼ਿੰਗਾਰਨਾ ਹੈ। ਅੱਗੇ ਬੜੇ ਪ੍ਰਮਾਣ ਦਿੱਤੇ ਨੇ। ਧਾਏ ਧਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਸੋ ਮਨੁੱਖ ਨੇ ਬੜੀ ਮਿਹਨਤ ਦੇ ਨਾਲ ਧਨ ਇਕੱਠਾ ਕੀਤਾ, ਪਰ ਉਸ ਧਨ ਵਿੱਚੋਂ ਗੁਰੂ ਅਰਥ ਦਸਵੰਧ ਕੋਈ ਨਹੀਂ ਕੱਢਿਆ। ਉਸ ਧਨ ਦੇ ਨਾਲ ਕਿਸੇ ਭੁੱਖੇ ਨੂੰ ਭੋਜਨ ਕੋਈ ਨਹੀਂ ਛਕਾਇਆ, ਕਿਸੇ ਲੋੜਵੰਦ ਦੀ ਸਹਾਇਤਾ ਕੋਈ ਨਹੀਂ ਕੀਤੀ। ਉਹ ਸਾਰਾ ਧਨ ਵਿਅਰਥ ਹੀ ਚਲਾ ਗਿਆ, ਉਹਦੇ ਆਪਣੇ ਵੀ ਕੰਮ ਨਾ ਆਇਆ। ਦੂਸਰਾ ਪ੍ਰਮਾਣ ਦੇਣ ਲੱਗੇ ਕਰ ਆ ਭਰਨ ਸਵਾਰੀ ਸੇਜਾ, ਕਾਮਨ ਥਾਟ ਬਣਾਇਆ। ਸੰਗ ਨਾ ਪਾਇਓ ਆਪਣੇ ਭਰਤੈ, ਪੇਖ ਪੇਖ ਦੁੱਖ ਪਾਇਆ। ਇੱਕ ਸੁਹਾਗਣ ਨੇ ਆਪਣੇ ਸਰੀਰ ਨੂੰ ਸ਼ਿੰਗਾਰਿਆ ਹੈ, ਸੇਜਾ ਸਵਾਰੀ ਹੈ, ਪਰ ਜਦੋਂ ਪਤੀ ਸੇਜਾ ਤੇ ਆਇਆ ਕੋਈ ਨਹੀਂ, ਉਸ ਦੇ ਅੰਦਰ ਝੂਰਨਾ ਹੀ ਪੈਦਾ ਹੋਇਆ, ਉਸ ਨੂੰ ਦੁੱਖ ਹੀ ਪ੍ਰਾਪਤ ਹੋਇਆ। ਉਹਦਾ ਇਹ ਸਾਰਾ ਹਾਰ ਸ਼ਿੰਗਾਰ ਵਿਅਰਥ ਹੀ ਚਲਾ ਗਿਆ। ਆ ਕਦੇ ਫੁਨਹ ਮਹੱਲਾ ਪੰਜਵਾਂ ਬਾਣੀ ਪੜ੍ਹੀਏ, ਉਹਦੇ ਵਿੱਚ ਸਤਿਗੁਰੂ ਨੇ ਬਹੁਤ ਸੁੰਦਰ ਬਚਨਾਂ ਦੇ ਵਿੱਚ ਸਮਝਾਇਆ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਭਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰਿ ਹਾਂ ਕੰਤਾ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਮਨੁੱਖ ਪਰਮਾਤਮਾ ਨੂੰ ਵਿਸਾਰ ਕੇ ਜਿਤਨੇ ਵੀ ਕਰਮ ਕਰਦਾ ਹੈ, ਚਾਹੇ ਉਹ ਧਾਰਮਿਕ ਚਾਹੇ ਉਹ ਦੁਨਿਆਵੀ, ਉਹ ਸਾਰੇ ਉਸ ਪਤੀ ਪਰਮਾਤਮਾ ਦੇ ਮਿਲਾਪ ਤੋਂ ਬਿਨਾ, ਉਹਦੇ ਨਾਲ ਜੁੜੇ ਬਿਨਾ ਸਾਰੇ ਵਿਅਰਥ ਨੇ। ਫਿਰ ਇੱਕ ਹੋਰ ਪ੍ਰਮਾਣ ਦੇਣ ਲੱਗੇ। ਸਾਰੋ ਦਿਨਸ ਮਜ਼ਦੂਰੀ ਕਰਤਾ, ਤੋਹ ਮੂਸਲੇ ਛਰਾਇਆ। ਖੇਦ ਭਇਓ ਬੇਗਾਰੀ ਨਿਆਈ, ਘਰ ਕੈ ਕਾਮ ਨਾ ਆਇਆ। ਇੱਕ ਉਹ ਮਨੁੱਖ ਜਿਹੜਾ ਸਾਰਾ ਦਿਨ ਤੋਹ ਕੁੱਟੀ ਜਾਂਦਾ ਹੈ, ਸਾਰਾ ਦਿਨ ਮਜ਼ਦੂਰੀ ਕਰਦਾ ਰਿਹਾ, ਮਿਹਨਤ ਕਰਦਾ ਰਿਹਾ, ਤੋਹ ਕੁੱਟਦਾ ਰਿਹਾ, ਫੱਕ ਕੁੱਟਦਾ ਰਿਹਾ, ਪਰ ਨਤੀਜਾ ਕੁਝ ਵੀ ਨਾ ਨਿਕਲਿਆ।
फल कुछ भी ना मिलिया, लाभ कुछ भी प्राप्त ना होया, क्योंकि तुख कुटण दे नाल कोई लाभ प्राप्त नहीं सी होना। गुरु कहन लगे परमात्मा दे मिलाप तो बिना, रब दे नाल जुड़े बिना बस मनुख तुख ही कुटी जा रहा है, तो नूं ही मूली लाई जा रहा है, जिहदा मनुख नूं रटा जिन्ना भी लाभ नहीं होना। एक ओ बिगारी मनुख, बिगारी उसनूं कहंदे ने जिस दी मेहनत दे पैसे पक्के ना होण, मालिक अपनी मर्जी दे अनुसार कुछ यथा शक्त उसनूं माया दे देवे, उसनूं बिगारी कहंदे ने। नौकर दा जो पैसा हुंदा है, तनख्वाह हुंदी है, वो फिक्स हुंदी है, पर बिगारी दा पैसा पक्का नहीं हुंदा। मालिक अपनी मर्जी नाल घट भी दे सकदा, ज्यादा भी दे सकदा, उहनूं बिगारी कहंदे ने। बिगारी बेचारा सारा दिन मालिक दी सेवा करदा रहिंदा है, पर शामां नूं इह ते हुण मालिक दी मर्जी है कि किन्ना पैसा देना है, किन्ना धन देना है। जे थोड़ा पैसा दिता तो बेचारे दा दिल दुखी हुंदा है। गुरु आखण लगे बस मनुख दा जीवन भी कुछ ऐसा है, जिवें एक सूम दा इकट्ठा कीता होया धन उसदे किसे अर्थ नहीं आंदा, जिवें एक पति तो बिना सुहागवंती औरत दा हार श्रृंगार उसदे किसे अर्थ नहीं आंदा, जिवें एक तुख कुटण वाले दे पल्ले कुछ भी नहीं पैंदा, एवें मेहनत ही करदा रहिंदा अपना सारा दिन गवा लैंदा है। ते जिवें एक बिगारी मनुख सारा दिन मालिक दी सेवा करदा है, पर उसनूं शामां नूं निराशता ही पल्ले पैंदी है। मनुख दे सारे कर्म भी एक प्रभु दी भगती तो बिना इंज व्यर्थ ने, निफल ने। इस लई भगत कबीर जी आखण लगे कि गोबिंद हम ऐसे अपराधी, हे प्रभु असीं इहो जिहे अपराधी हाँ। एक एक तुक दे विच भगत कबीर जी ने बड़ा सुंदर समझाया। हर पद दियां दो तुकां ने। पहली तुक विच जो मनुख करदा है उस दे बारे चानना पाया, ते नाल दी दूसरी तुक विच जो मनोरथ है उहदे बारे भी ज्ञान करा दिता कि मनोरथ तेरा ऐ सी पर करदा तू ऐ रिहा। बराबर बराबर रख के चले ने। कह लगे कवन काज सिरजे जग भीतर, जन्म कवन फल पाया। तैनू संसार दे उपर किस काज वास्ते सिरजिया सी, तैनू संसार ते क्यों भेजिया सी, तू अपना जन्म लेके मनुखा जीवन धारण करके दा की फल प्राप्त किया, की लाभ प्राप्त किया। कवन काज सिरजे जग भीतर, जन्म कवन फल पाया। ते आखन लगे भव निध तारन तरन चिंता मन, एक निमख ना हो मन लाया। और जो संसार सागर तो तारन वाला परमेश्वर वाहिगुरु है, ओदे नाल तो एक निमख जिन्ना समा, भाव थोड़ा जिन्ना समा भी मन नहीं लाया। ओदे वास्ते तेरे कोल थोड़ा जिन्ना समा भी ना निकलिया। गोबिंद हम ऐसे अपराधी जिन प्रभ जियो पिंड था दिया, तिसकी भाव भगतनी साधी। आखन लगे मनुख पर तन पर धन पर तन, परती निंदा पर अपवाद ना छूटा। पराया धन चुराण विच, पराया रूप वेखण विच ते पराई निंदिया करन विच, दूसरे नाल चर्चा झगड़ा कलेश करन दे विच, बहस करन दे विच तू बड़ा अगे है। पर धन पर तन परती निंदा पर अपवाद ना छूटा। आवा गवन होत है फुन फुन, एहो प्रसंग ना टूटा। जह कर कथा होत हर संतन, एक निमख ना कीनो मैं फेरा। क्योंकि मनोरथ ते सी ए, जह कर कथा होत हर संतन, एक निमख ना कीनो मैं फेरा। लंपट चोर दूत मतवारे, तिन संग सदा बसेरा। ਅਸੀਂ गुरुद्वारे बहुते वीर ते समा ही पास करन आंदे ने, माफ करना। सवेरे आ जाना 10 वजे ते चंगा चोसा प्रशादा पानी छकना, लंगर छकना, सारा दिन गप्पा मारनिया, जो दुनिया भर दियां निंदिया चुगलियां करनिया। ते जिस वेले शामां नूं रहरास साहिब दा पाठ शुरू होया ना, भाई ने आवाज़ दित्ती सतनाम, ते कोई कहंदा मेरी बस लंघ जानी, कोई कहंदा मैनूं हनेरा हो जाना। सारे फिरन फिरन उठ के तुर पैंदे ने। ਇਹ ਗੁਰਦੁਆਰੇ ਅਸੀਂ ਸਿਰਫ ਸਮਾਂ ਪਾਸ ਕਰਨ ਵਾਸਤੇ ਬਣਾਏ ਹੋਏ ਨੇ। ਇਹਨਾਂ ਗੁਰਦੁਆਰਿਆਂ ਦੇ ਉੱਪਰ ਲੱਖਾਂ ਰੁਪਇਆ ਲਾਇਆ, ਲੱਖਾਂ ਪੌਂਡ ਲਾਏ, ਪਤਾ ਨਹੀਂ ਕਿੰਨਾ ਕੁ ਪੈਸਾ ਖਰਚ ਆਇਆ ਤੇ ਕਿੰਨਾ ਕੁ ਖਰਚ ਆ ਰਿਹਾ ਹੈ। ਪਰ ਅਸੀਂ ਏਡੇ ਵੱਡੇ ਗੁਰੂ ਘਰ
सिर्फ अपना वेला समा टपाउण वास्ते इत्थे आंदे हां। गुरमुख प्यारे जिहड़े समय नाल आण के कीर्तन सुणदे ने, कथा सुणदे ने, उन्हां दा ही आया होया इत्थे सफल है। आज जिस तरह तुसीं समय नाल आण के गुरु दरबार की हाज़री भरदे हो, कथा सरवण करते हो, कीर्तन सरवण करते हो, बस यही गुरु दरबार दे विच आया होया सफला है। इस तो बिना जो असीं आण के इत्थे एवें समय गुजारते हाँ, सिर्फ टाइम ही पास करते हैं, इसका कोई लाभ नहीं है। कहण लगे जह घर कथा होत हर संतन, एक निमखना कीनो मैं फेरा, लंपट चोर दूत मतवारे, तिन संग सदा बसेरा। ते आखण लगे होया कि ये मनुख दा किहो जिहा सुभाव बन चुका है, काम क्रोध माया मद मत्सर ये संपै मोह माही। कह लगे काम क्रोध इहो जी संपदा इसने अपने अंदर इकट्ठी की हुई है, दया धर्म और गुरु की सेवा इस उपनंतर ना है। दया धर्म ते से कदे इसने अपने जीवन विच कमाया ही नहीं, दया धर्म ते कदे इसने अपने जीवन विच इकट्ठा किया ही नहीं। ते सतगुरु आखण लगे जिहड़ा इहो जिहा मनुख है वो क्यों आया, ਉਹਦਾ संसार ते आउण दा लाभ ही की है, वो संसार ते जिहो जिहा आया जिहो जिहा ना आया। इस वास्ते हजूर आखण लगे आवन आए सृष्ट में बिन बूझे पसटोर, नानक गुरमुख सो बुझे जाके भाग मथोर। ਜਿਹਦੇ मथे का भाग जाग पैंदा है वो फिर अपने जीवन का मनोरथ समझ लैंदा है, वो फिर अपने जीवन का मनोरथ जान लैंदा है। इस वास्ते सतगुरु जी ने वो जिहड़ा शब्द सी ना, मानुख बिन बूझे बिरथा आया, ते आखिरी तुकां दे विच साहब ने फिर जवाब दे दिता। कहण लगे भैओ अनुग्रह जाको प्रभ को, तिस हिरदय नाम वसाया, साध संगत कै पाछै परियो, जन नानक हर रस पाया। यह है जीवन का मनोरथ। जिन्हां दे उपर प्रभु की कृपा हो गई, अनुग्रह बख्शिश हो गई, रहमत हो गई, ते फिर गुरु ने उन्होंने साध संगत दे नाल जोड़ दिता। वो साध संगत की शरणी पै गए, गुरु ने उन्होंने हिरदे विच नाम वसा दिता, ते उन्होंने साध संगत की बदौलत नाम का रस आ गया। उन्होंने हुण पता चल गया कि जीवन का मनोरथ ऐ सी, जीवन का लक्ष्य ऐ सी। ते भगत कबीर जी ने जिहड़ा शब्दोच्चारण कीता सी, कवन काज सिरजे जग भीतर, जन्म कवन फल पाया। ते इहदियां आखिरी तुकां दे विच फिर अरदास कीती सी, बेनती कीती सी कि हे प्रभु जी, मैं ते सारा जीवन अपने जीवन दे मनोरथ नूं समझे बिना अजाई गवा दिता, व्यर्थ गवा दिता। ते आखण लगे दीन दयाल कृपाल दमोदर, भगत वछल पै हारी, कहत कबीर भीर जन राखो, हर सेवा करो तुम्हारी, क्योंकि जीवन का मनोरथ ही है। आखिरी तुकां विच अरदास करते ने, बेनती करते ने। तो गरीब निवाज आखते ने भाई रे भगतहीन काहे जग आया, पूरे गुरु की सेवना कीनी, बिरथा जन्म गवाया। तैं ते अपना सारा जीवन व्यर्थ ही गवा लिया, क्योंकि जीवन के लक्ष्य नूं नहीं समझिया। तो हुण जीवन का लक्ष्य की है, जीवन का मनोरथ की है? तो सतगुरु जी पूरे शब्द दे विच सानू समझाउंदे ने। प्रथम पद तो आरंभ हुंदी है व्याख्या, गुरमुख कृपा करे भगत कीजै, बिन गुर भगत ना होए। हे भाई, गुरु कृपा करे ते भगती हो सकती है, गुरु की कृपा तो बिना भगती नहीं हो सकती। गुरु अमरदास साहब दे सूही राग दे विच बचन आउंदा, मनमुख भगत करे बिन सतगुर, बिन सतगुर भगत ना होई राम। क्यों होमै माया रोग व्यापै, मर जन्मै दुख होई राम। गुरु कहन लगे मनमुख भगती करता है अपने मन की मत के मुताबिक, गुरु की मत नहीं धारण करता। गुरु की मत लए बिना भगती करता है तो नतीजा यह निकलता कि जन्म मरण के गेड़ विच पिया रहिंदा है, ते होमे का रोग व्यापदा है, मर जन्मै दुख होई, दूजा भाए परज बिगोई, बिन गुर तत ना जानिया। क्योंकि उन्हें भगती के तत्त नूं नहीं जानिया। भगती तो करता है पर तत्त नूं नहीं जानता, क्योंकि किसी चीज़ के तत्त नूं ना जाणीए उन्ना चिर वो चीज़ साडे वास्ते व्यर्थ ही हुंदी है। क्योंकि भगती तो करता है, तो जिन्हां ने तत्त नहीं जानिया उन्हां वास्ते गुरु ने कह दिता, राम राम सब को कहे, कह राम ना होए, गुर प्रसादी राम मन वसै, तां फल पावै कोई। क्योंकि उन्होंने तत्त नहीं जानिया। गुरु कहने लगे तत्त नूं जान लेगा फिर ही असल दे विच तेरी भगती प्रवान होनी है। ते तत्त तो बिना तू मानो एक तरह का पानी ही रिड़की जा रहा है, जल बिलोवै
जल मथै तत लोड़ै अंध अज्ञाना। कहन लगे गुरमति दद मथिए अमृत पाइए नाम निधाना। मनमुख तत ना जाननी पशु माहे समाना। बस गुरु दी मत तो बिना पानी ही रिड़की जा रहा है, पानी ही रिड़की जा रहा है। ते पानी रिड़कण दे नाल कदे मक्खण प्राप्त नहीं हुंदा, मक्खण नहीं मिलता। इसे करके भगत कबीर जी ने सुचेत करा दिता, हर का बिलोवना बिलोवो मेरे भाई, सहज बिलोवो जैसे तत ना जाए। कह लगे किते ऐसा ना होवे सारी उम्र कथा करते रहो, सारी उम्र कीर्तन करते रहो, सारी उम्र बाणी पढ़ते रहो ते तत तो खुंझे रहो, तत दे नाल जुड़ ही ना सको, तत दी समझ ही ना पै सके, तत तो हीणे रह जाओ, तत तो वांझे रह जाओ। गुरु कहने लगे जे तत तो वांझे रह गए ना ते सारा कुछ व्यर्थ ही चला जाएगा, निफल ही चला जाएगा। गुरु तत समझा दिंदे ने, गुरु तत दे नाल जोड़ दिंदे ने। इस वास्ते गुरु तो बिना भगती नहीं हो सकती, गुरु ही कृपा करे ते भगती नाल जुड़िया जा सकता है। आपे आप मिलाए बूझे ता निर्मल होवे कोय। ते तत किवें समझना है, गुरु नाल किवें जुड़ना है। कहने लगे आपे आप मिलाए बूझे, अपने आप नूं गुरु नाल मिलाउणा समझ जावे कि अपने आप नूं गुरु दे नाल किवें मिलाउणा है। असीं गुरु वाले बन जांदे हां पर गुरु नाल मिलदे नहीं हां, गुरु दे विच लीन नहीं हुंदे, गुरु दे विच समांदे नहीं हां। कहने लगे जदों तूं अपने आप नूं गुरु विच लीन करना समझ लवेंगा ना, जदों गुरु दे विच तूं समा जाएगा ता तेरा जीवन निर्मल हो जाएगा, पवित्र जीवन हो जाएगा। जदों गुरु तेनू पवित्र जीवन बख्शिश कर देणगे, उस पवित्र जीवन दे विचों परमात्मा दा नाम जदों तू उच्चारण करेगा बस ओही तत है। इस तरह सतगुरु समझाउंदे हन, हर जियो सच्चा सच्ची बाणी शब्द मिलावा होए। हे भाई ओ परमात्मा भी सच्चा है, उसकी सिफतो सलाह दी बाणी भी सच्ची है। उस परमात्मा का मिलाप गुरु दे शब्द द्वारा हुंदा है। अदृष्ट अगोचर पकड़िया गुर शब्दी हाँ सतगुरु कह बलिहारी है। उस परमात्मा नूं पकड़िया जा सकता है, भाव उहदे नाल मिलिया जा सकता है गुरु दे शब्द द्वारा। गुरु दे शब्द नाल जुड़िया उस परमात्मा दे नाल जुड़िया जा सकता है। भाई रे भगत ही काहे जग आया। हे भाई तू भगती तो सखना संसार ते क्यों आया है। तेरा जिहो जिहा आया जिहो जिहा ना आया इको जैसा है। इसलिए गुरु रामदास साहब दे बचन आपां कई बार पढ़े होणगे। सतगुरु आखण लगे जिन ऐसा नाम विसारिया मेरा हर हर, तिसकै कुल लागी गारी, हर तिसकै कुल परसूतना करी हो तिस विधवा कर मैं तारी। आखण लगे कि जिह कुल पूतना ज्ञान विचारी, विधवा कसना भई मैं तारी। जिह नर राम भगत नहीं साधी, जनमत कसना मूह अपराधी। मुच मुच गर्भ गए कीन बचिया, बुढ़ भुज रूप जीवै जग मजिया। कह लगे कह कबीर जैसे सुंदर स्वरूप, नाम बिना जैसे कुबज करूप। भावें कोई जिन्ना मर्जी सुंदर होवे पर जे लक कुबड़ा होवे वो करूप हुंदा है। तू जिन्ने मर्जी चंगे कर्म कर लै, जे तेरे कोल परमात्मा दा नाम नहीं, नाम तो बिना तू परमात्मा दी हजूरी विच करूप ही जाणिया जावेगा। इस वास्ते आखण लगे इहो जिहा भगती तो सखना संसार ते आए क्यों। जिन ऐसा हर नाम ना चेत्यो, से काहे जग आए राम राजे। सतगुरु जी समझाउंदे हन, पूरे गुर की सेवना कीनी बिरथा जन्म गवाया। तू पूरे गुरु दी सेवा नहीं कीती, तू पूरे गुरु दे नाल जुड़िया नहीं, अपना सारा जीवन व्यर्थ ही गवा लिया है। इस तरह विश्राम दे करके बख्शिश करते हन। आपे हर जग जीवन दाता, आपे बख्श मिलाए। हे भाई ओ जगत नूं जो जीवन देण वाला, सारियां दातां देण वाला परमेश्वर वाहिगुरु है। ओ आप ही जीव नूं अपने बख्शिश करके अपने नाल मिला लेंदा है। जी जंते क्या विचारे, क्या को आख सुनाए। ये विचारे जीव की ने, ये विचारे उस परमात्मा की सिफतो सलाह करके की सुना सकते हैं। भाव मनुख दे कोल ऐसी मत नहीं, मनुख दे कोल ऐसी सोची नहीं, मनुख दे कोल कोई ऐसी शब्दावली नहीं जो परमात्मा की सिफतो सलाह करके सुना सके।
ਇਸੇ ਲਈ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਚਨ ਕਿਹਾ ਸੀ, ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ, ਹਮ ਕਹਿ ਨਾ ਸਕੈ ਹਰ ਗੁਨੇ, ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ। ਆਖਣ ਲੱਗੇ, ਹੇ ਪ੍ਰਭੂ ਤੂੰ ਆਪਣੇ ਗੁਣ ਆਪਣੀ ਉਪਮਾ ਤੋਂ ਖੁਦ ਹੀ ਜਾਣਦਾ ਹੈ। ਮੈਂ ਤੇਰੀ ਉਪਮਾ ਨੂੰ ਵਰਣਨ ਨਹੀਂ ਕਰ ਸਕਦਾ, ਮੈਂ ਤੇਰੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦਾ। ਮੇਰੇ ਕੋਲ ਉਹ ਮਤ ਨਹੀਂ ਹੈ, ਮੇਰੇ ਕੋਲ ਉਹ ਸ਼ਬਦਾਵਲੀ ਨਹੀਂ ਹੈ। ਇਸੇ ਕਰਕੇ ਆਪਾਂ ਰੋਜ਼ ਕਥਾ ਦੀ ਆਰੰਭਤਾ ਦੇ ਵਿੱਚ ਇਹ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਕਿ ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹੋਂ ਕਰੀ ਬਖਿਆਨ। ਕਹਿਣ ਲੱਗੇ, ਮੇਰੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਕਿ ਮੈਂ ਤੇਰਾ ਵਖਿਆਨ ਕਰ ਸਕਾਂ, ਤੇਰੀ ਕਥਾ ਮੈਂ ਦੂਸਰਿਆਂ ਨੂੰ ਸੁਣਾ ਸਕਾਂ, ਤੇਰੀ ਸਿਫਤੋ ਸਲਾਹ ਮੈਂ ਕਰਕੇ ਦੂਸਰਿਆਂ ਨੂੰ ਸੁਣਾ ਸਕਾਂ। ਮੇਰੇ ਕੋਲ ਕੋਈ ਐਸੀ ਸ਼ਬਦਾਵਲੀ ਨਹੀਂ, ਮੇਰੇ ਕੋਲ ਕੋਈ ਐਸੀ ਮਤ ਨਹੀਂ। ਫਿਰ ਸਤਿਗੁਰੂ ਜੀ ਆਖਣ ਲੱਗੇ, ਹੋ ਆਪੋਂ ਬੋਲ ਨਾ ਜਾਣਦਾ, ਸਭ ਕਹਿਆ ਹੁਕਮਾਂ ਦਿਓ। ਮੇਰੇ ਕੋਲ ਕੋਈ ਐਸਾ ਬੋਲ ਨਹੀਂ। ਇਹ ਵਿਚਾਰਾ ਜੀਵ ਕੀ ਹੈ ਜੋ ਉਹਦੀ ਸਿਫਤੋ ਸਲਾਹ ਕਰਕੇ ਸੁਣਾ ਸਕੇ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਭਾਈ ਉਹ ਗੁਰੂ ਆਪ ਹੀ ਵਡਿਆਈ ਦੇਵੇ, ਆਪ ਹੀ ਜੀਵ ਨੂੰ ਇਹ ਵਡਿਆਈ ਬਖਸ਼ਿਸ਼ ਕਰੇ ਤੇ ਆਪ ਹੀ ਫਿਰ ਨਾਮ ਸਿਮਰਨ ਰੂਪੀ ਸੇਵਾ ਦੇ ਵਿੱਚ ਲਾ ਲੈਂਦਾ ਹੈ। ਗੁਰੂ ਆਪ ਹੀ ਕਿਰਪਾ ਕਰਕੇ ਪ੍ਰਭੂ ਦੀ ਸੇਵਾ ਭਾਵ ਨਾਮ ਰੂਪੀ ਸੇਵਾ, ਬੰਦਗੀ ਰੂਪੀ ਸੇਵਾ ਦੇ ਵਿੱਚ ਜੋੜ ਲੈਂਦਾ ਹੈ। ਦੇਖ ਕੁਟੰਬ ਮੋਹਿ ਲੁਬਾੜਾ, ਚਲਦਿਆਂ ਨਾਲ ਨਾ ਜਾਏ। ਗੁਰੂ ਜੀ ਸਮਝਾਉਂਦੇ ਨੇ ਕਿ ਇਹ ਮਨੁੱਖ ਕੁਟੰਬ ਨੂੰ ਵੇਖ ਕੇ, ਆਪਣੇ ਪਰਿਵਾਰ ਨੂੰ ਵੇਖ ਕੇ ਉਹਦੇ ਲੋਭ ਦੇ ਵਿੱਚ ਲੁਭਾਇਮਾਨ ਹੋ ਰਿਹਾ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਅੰਤ ਵੇਲੇ ਚੱਲਣ ਵੇਲੇ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਨਾਲ ਨਹੀਂ ਜਾਣਾ, ਅੰਤ ਵੇਲੇ ਕਿਸੇ ਨੇ ਵੀ ਸਾਥ ਨਹੀਂ ਦੇਣਾ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਾਂ ਅਸੀਂ ਰੋਜ਼ ਰਹਿਰਾਸ ਸਾਹਿਬ ਦੇ ਵਿੱਚ ਵੀ ਇਹ ਬਚਨ ਪੜ੍ਹਦੇ ਹਾਂ, ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਸਭ ਕਹਿਣ ਲੱਗੇ ਇਹ ਮਨੁੱਖ ਇਹਨਾਂ ਦੇ ਵਿੱਚ ਬੜਾ ਲੁਭਾਇਮਾਨ ਹੋ ਰਿਹਾ ਹੈ, ਪਰ ਇਹਨਾਂ ਦੇ ਵਿੱਚੋਂ ਕਿਸੇ ਨੇ ਨਾਲ ਨਹੀਂ ਜਾਣਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਹੈ ਭਾਈ, ਜਿਸਨੇ ਗੁਰੂ ਨੂੰ ਸੇਵ ਕੇ ਭਾਵ ਗੁਰੂ ਨਾਲ ਜੁੜ ਕੇ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਾ ਲਿਆ ਹੈ। ਸਾਰੇ ਗੁਣਾਂ ਦਾ ਖਜ਼ਾਨਾ ਨਾਮ ਹੈ। ਨਾਮ ਦੇ ਆਂਦਿਆਂ ਹੀ ਮਨੁੱਖ ਦੇ ਜੀਵਨ ਵਿੱਚ ਸਾਰੇ ਗੁਣ ਆ ਜਾਂਦੇ ਨੇ। ਨਾਮ ਤੋਂ ਬਿਨਾਂ ਮਨੁੱਖ ਦੇ ਸਾਰੇ ਜੀਵਨ ਦੇ ਗੁਣ ਗਲ ਜਾਂਦੇ ਨੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਕਈ ਕਹਿ ਦਿੰਦੇ ਨੇ ਕਿ ਨਾਮ ਜਪਣ ਦੀ ਕੀ ਲੋੜ ਹੈ, ਚੰਗੇ ਕੰਮ ਕਰੋ, ਚੰਗੇ ਗੁਣਾਂ ਦੇ ਧਾਰਨੀ ਬਣੋ। ਪਰ ਗੁਰੂ ਕਹਿਣ ਲੱਗੇ ਸਾਰੇ ਗੁਣਾਂ ਦੀ ਸ਼ਾਖ ਹੈ ਨਾਮ, ਸਾਰੇ ਗੁਣਾਂ ਦਾ ਮੂਲ ਹੈ ਨਾਮ, ਬਾਕੀ ਸਾਰੇ ਗੁਣ ਸ਼ਾਖ ਨੇ। ਜਿੰਨਾ ਚਿਰ ਤੂੰ ਬੀਜ ਨਹੀਂ ਬੀਜੇਗਾ ਉਹਨਾਂ ਚਿਰ ਇਹ ਗੁਣਾਂ ਦਾ ਫਲ ਕਿੱਥੋਂ ਲੱਗੇਗਾ। ਇੱਕ ਕਿਸਾਨ ਪਹਿਲਾਂ ਬੀਜ ਬੀਜਦਾ ਹੈ, ਫੇਰ ਹੀ ਫਸਲ ਲੱਗਦੀ ਹੈ ਤੇ ਉਸ ਨੂੰ ਕੋਈ ਲਾਭ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਕਿਸਾਨ ਨੂੰ ਬੀਜ ਬੋਣਾ ਨਹੀਂ ਆਉਂਦਾ, ਉਸ ਨੂੰ ਧਰਤੀ ਨੂੰ ਸਾਧਣਾ ਨਹੀਂ ਆਉਂਦਾ। ਇਹ ਤੇ ਹੁਣ ਕਿਸਾਨ ਦਾ ਦੋਸ਼ ਹੈ। ਹੁਣ ਉਹ ਕਿਸਾਨ ਇਹ ਕਹੀ ਜਾਵੇ ਕਿ ਫਸਲ ਪ੍ਰਾਪਤ ਕਰੋ, ਫਲ ਪ੍ਰਾਪਤ ਕਰੋ, ਬੀਜ ਬੀਜਣ ਦੀ ਕੀ ਲੋੜ ਹੈ। ਉਸ ਨੂੰ ਕੌਣ ਦੱਸੇ ਵੀ ਜਿੰਨਾ ਚਿਰ ਤੂੰ ਬੀਜ ਨਹੀਂ ਬੀਜੇਗਾ ਉਹਨਾਂ ਚਿਰ ਫਲ ਕਿੱਥੋਂ ਮਿਲੇਗਾ, ਤੇ ਜਿੰਨਾ ਚਿਰ ਫਲ ਨਹੀਂ ਲੱਗੇਗਾ ਉਹਨਾਂ ਚਿਰ ਤੈਨੂੰ ਲਾਭ ਕਿੱਥੋਂ ਮਿਲੇਗਾ। ਗੁਰੂ ਕਹਿਣ ਲੱਗੇ ਨਾਮ ਦਾ ਬੀਜ ਤੇ ਤੂੰ ਬੀਜਦਾ ਕੋਈ ਨਹੀਂ ਤੇ ਗੁਣ ਤੂੰ ਕਿੱਥੋਂ ਲੱਭਦਾ ਹੈ। ਇਸੇ ਲਈ ਸਤਿਗੁਰੂ ਜੀ ਬਾਰ-ਬਾਰ ਬਾਣੀ ਵਿੱਚ ਸਮਝਾਉਂਦੇ ਨੇ ਕਿ ਇਹ ਮਨੁੱਖ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ, ਮਤ ਭਰਮ ਭੋਲੋ ਭੋਲੋ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਸ ਮਨੁੱਖ ਨੇ ਗੁਰੂ ਦੀ ਸੇਵਾ ਕਰਕੇ ਗੁਣਾਂ ਦਾ ਖਜ਼ਾਨਾ ਨਾਮ ਪ੍ਰਾਪਤ ਕਰ ਲਿਆ ਹੈ, ਐਸੇ ਮਨੁੱਖ ਦੀ ਕੀਮਤ ਕਹੀ ਨਹੀਂ ਜਾ ਸਕਦੀ। ਐਸੇ ਮਨੁੱਖ ਦਾ ਜੀਵਨ ਇੰਨਾ ਮਹਾਨ, ਇੰਨਾ ਉੱਚਾ ਸੁੱਚਾ ਹੋ ਜਾਂਦਾ ਹੈ ਕਿ ਉਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਪ੍ਰਭ ਸਖਾ ਹਰ ਜੀਉ ਮੇਰਾ, ਅੰਤੇ ਹੋਏ ਸਖਾਏ। ਹੈ ਭਾਈ, ਜੋ ਮੇਰਾ ਪ੍ਰਭੂ ਹੈ, ਅਸਲੀ ਸਖਾ ਹੈ, ਅਸਲੀ ਮਿੱਤਰ ਹੈ, ਉਹੀ ਅੰਤ ਵੇਲੇ ਸਹਾਈ ਹੁੰਦਾ ਹੈ, ਉਹੀ ਜੀਵ ਦਾ ਸੰਗੀ ਬਣਦਾ ਹੈ, ਉਹੀ ਅਸਲ ਦੇ ਵਿੱਚ ਜੀਵ ਦਾ ਸਾਥੀ ਬਣਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਸਗਲ ਭਰਮ ਡਾਰ ਦੇ
गोबिंद को नाम ले अंत बार संग तेरा यह एक जात है। अनदन सिमरो तास को जो अंत सहाई होए। ए बिख्या दिन 4 6 छाड़ चलियो सब कोय। काकी मात पिता सुत धियां ग्रह बनता कछ संग ना लिया। ऐसी संच जो बिनसत नाही पत सेती अपने घर जाही। कहने लगे परमात्मा जदों तेरी सहायता करेगा, जदों वो तेरे नाल जावेगा, जदों वो तेरा साथी बनेगा, तेरी प्रभु दे द्वारे ते शोभा बनेगी। राम नाम जप हिरदय माहे नानक पत सेती अपने घर जाहे। जदों तू प्रभु नाम नू अपना साथी बना लेगा, तू ओदी हजूरी विच पत नाल इज्जत नाल जावेगा। उत्थे तेनों फिर अपना सिर नीवा नहीं करना पेगा, उत्थे तेनों फिर शर्मशार नहीं होना पेगा, उत्थे फिर तेरा मुखड़ा उजला होवेगा। सच्ची कार है सच मिले गुरमत पल्ले पाए। सो नर जम्मै ना मरै ना आवे ना जाए। नानक दर प्रधान सो दरगह पैदा जाए। वो फिर परमात्मा की हजूरी विच जस की पोशाक पहन के जाता है, जिहदा साथी परमात्मा का नाम बन जाता है। पियड़े जग जीवन दाता मनमुख पत गवाई। भाई मनमुख ने आप हुदरे पुरुष ने पियड़े भाव इस संसार विच पेके घर विच वो जो जगत का जीवन दाता परमेश्वर वाहिगुरू है, उसनों अपने मन विच वसाया नहीं, उसनों कदे याद नहीं किया। इस वास्ते इस मनमुख ने लोक ते परलोक विच अपनी पत गवा ली है, अपनी इज्जत गवा ली है। इसलिए सतगुरु जी बाणी दे विच बार बार समझाउंदे ने कि सो जीविया जिस मन वसिया सोए, नानक अवर ना जीवै कोय। ते बेनती कीती गरीब निवाज जी मनुख ते जी रहा है, ते साहब ने फिर आख्या जे जीवै पत लथी जाए, सब हराम जेता किछ खाए। कहने लगे जे पत नूं इज्जत नूं गवा के जीवना है, वो कोई जीवना नहीं हुंदा। जीवना हुंदा है इज्जत नाल जीवना, जीवना हुंदा है पत नाल जीवना, जीवना हुंदा है सिर उच्चा चुक के जीवना, अखियां नीवियां करके सिर झुका के जीवना, डर के जीवना। गुरु कहने लगे वो कोई जीवना नहीं हुंदा। कहने लगे एक शरीर का चलना फिरना ही जीवन नहीं हुंदा, जीवन दे पिछे होर बहुत कुछ लुकिया हुंदा है। इसे करके पुरातन गुरसिखां दा इतिहास पढ़िए, उन्होंने शरीरक मौत नूं ते कबूल लिया, पर उन्होंने जमीर की मौत नूं नहीं कबूलिया। क्योंकि उन्होंने कह दिता कि जे असीं अपना सिक्खी धर्म छड्ड के दूसरा धर्म कबूल करते हाँ, तो जिन्ना चिर जीवांगे उन्ना चिर फिर असीं इज्जत नाल नहीं जी सकांगे। ते इज्जत तो बिना ते फिर पशु भी जी रहे ने, कीड़े मकौड़े भी जी रहे ने, बाकी दुनिया भी जी रही ने। बाकी दुनिया विच ते मनुख दे जीण विच बस इन्ना ही फर्क है कि बाकी दुनिया की इज्जत कोई नहीं, मनुख इज्जत नाल जींदा है। इसे करके मनुख ने जीवना है इज्जत नाल। गुरु कहने लगे कि मनमुख ने प्रभु नूं सेविया नहीं, अपनी पत गवा ली है, उन्हें अपनी इज्जत गवा ली है। वो लोक परलोक दे विच अपनी इज्जत गवा के जी रहा है। बिन सतगुर को मग ना जाड़े अंधे ठौर ना काई। गुरु तो बिना कोई जीवन का सही रास्ता नहीं जान सकता। अंधा भाव अज्ञानी मनुख नूं किते भी कोई जगह नहीं लभदी, किते भी कोई ठौर नहीं लभदी, किते भी कोई थां नहीं लभदी, क्योंकि वो ज्ञान दियां अखां तो अंधा है। सतगुरु ने बाणी विच अंधा उसनूं आख्या है जिस कोल ज्ञान नहीं, सोझी नहीं, समझ नहीं, जिहदियां अखियां नहीं, उसनूं अंधा बाणी विच नहीं कहा। इसलिए बचन कहा अंधे ए ना आखियन जिन मुख लोयन नाहे, अंधे सही नानका जे खसम हो कुत्थे जाए। कहने लगे जिन्हां दे कोल अखां नहीं वो ते देशां दे राजे भी होए ने, जिन्हां दे कोल अखां नहीं वो ते वड्डे वड्डे संगीतकार हो निबड़े ने, जिन्हां दे कोल अखां नहीं वो ते भगत भी हो निबड़े ने, जिन्हां दे कोल अखां नहीं वो ते किसे दे मित्र भी हो सकते ने, वो ते परिवार वाले भी हो सकते ने। पर जिन्हां दी माती मारी गई, जिन्हां दे कोल ज्ञान दियां अखां नहीं, वो ते संसार ते जिहे आए जिहे ना आए। क्योंकि जिस दे कोल ज्ञान ही कोई नहीं, माती ही कोई नहीं, आत्म विषाणी बुद्धि ही कोई नहीं, ना तो वो जीवन पक्ष दे विच संसारक पक्ष दे विच ही कोई महान पदवी प्राप्त कर सकता, ना वो धर्म की दुनिया दे विच ही कोई बहुत वड्डा रुतबा, कोई बहुत वड्डी अवस्था प्राप्त कर सकता। इस वास्ते गुरु कहने लगे जो ज्ञान दियां अखां तो अंधे ने, उन्हां नूं जीवन विच किते थां नहीं लभदी, ते गुरु तो बिना
ਉਹਨਾਂ ਨੂੰ ਉਹ ਅੱਖੀਆਂ ਪ੍ਰਾਪਤ ਨਹੀਂ ਹੋ ਸਕਦੀਆਂ। ਤੇ ਜਿਨ੍ਹਾਂ ਨੂੰ ਗੁਰੂ ਨੇ ਅੱਖੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਅੰਧੇ ਹੀ ਆਖਿਆ ਹੈ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿਣ ਲੱਗੇ ਜਦੋਂ ਗੁਰੂ ਨੇ ਤੈਨੂੰ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ ਹੈ ਫੇਰ ਤੂੰ ਸਮਝ ਪਈ ਮੈਨੂੰ ਹੁਣ ਕੁਝ ਦੀਦਾ ਹੈ। ਕਹਿਣ ਲੱਗੇ ਜਿੰਨਾ ਚਿਰ ਤੈਨੂੰ ਗੁਰੂ ਨੇ ਦਿਵ ਦ੍ਰਿਸ਼ਟੀ ਨਹੀਂ ਦਿੱਤੀ ਉਹਨਾਂ ਚਿਰ ਤੂੰ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਅੰਧਾ ਹੀ ਹੈ, ਤੇ ਜਿੰਨਾ ਚਿਰ ਤੂੰ ਅੰਧਾ ਹੈ ਉਹਨਾਂ ਚਿਰ ਤੈਨੂੰ ਜੀਵਨ ਦੇ ਵਿੱਚ ਕੋਈ ਥਾਂ ਨਹੀਂ ਲੱਭੇਗੀ। ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ। ਇਸ ਤਰ੍ਹਾਂ ਸਾਧ ਸੰਗਤ ਜੀਓ, ਜੋ ਸੁੱਖਾਂ ਦਾ ਦਾਤਾ ਹਰੀ ਹੈ ਉਹ ਮਨ ਵਿੱਚ ਨਹੀਂ ਵਸਿਆ, ਅੰਤ ਨੂੰ ਉਹ ਜੀਵਨ ਵਿੱਚ ਪਛਤਾਉਂਦਾ ਹੀ ਚਲਾ ਗਿਆ, ਸੰਸਾਰ ਤੋਂ ਨਿਰਾਸ਼ ਹੀ ਚਲਾ ਗਿਆ। ਸਤਿਗੁਰੂ ਜੀ ਆਖਦੇ ਨੇ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਕਹਿਣ ਲੱਗੇ ਉਹ ਤੇ ਫਿਰ ਆਪਣੇ ਜੀਵਨ ਦੀ ਉਮਰ ਦੀ ਰਾਤ ਨੂੰ ਬਤੀਤ ਕਰਕੇ ਨਿਰਾਸ਼ ਹੀ ਚਲਾ ਗਿਆ, ਉਸ ਦੇ ਪੱਲੇ ਕੁਝ ਵੀ ਨਾ ਪਿਆ। ਸੋ ਇਸ ਸ਼ਬਦ ਦੀ ਵਿਆਖਿਆ ਅਜੇ ਚੱਲਦੀ ਹੈ। 4 ਬੰਦ ਜਿਨ੍ਹਾਂ ਦੀ ਵਿਆਖਿਆ ਆਪ ਜੀ ਨੇ ਸਰਵਣ ਕੀਤੀ ਹੈ। ਸੋ ਅਗਲੇ 4 ਬੰਦ ਜਿਨ੍ਹਾਂ ਦੀ ਵਿਆਖਿਆ ਕੱਲ ਨੂੰ ਆਪ ਜੀ ਦੀ ਸੇਵਾ ਵਿੱਚ ਫੇਰ ਕਰਾਂਗੇ। ਸੋ ਅਗਲਾ ਪ੍ਰੋਗਰਾਮ ਬਹੁਤ ਹੀ ਸੁੰਦਰ ਹੈ। ਸਿੱਖ ਕੌਮ ਦੇ ਮਹਾਨ ਕੀਰਤਨੀਏ ਪੰਥ ਪ੍ਰਸਿੱਧ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹ ਆਪ ਜੀ ਦੀ ਸੇਵਾ ਵਿੱਚ ਪਹੁੰਚੇ ਹੋਏ ਨੇ। ਸੋ ਸਾਰਾ ਪ੍ਰੋਗਰਾਮ ਆਪ ਜੀ ਨੇ ਸਰਵਣ ਕਰਨਾ ਹੈ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।